ਨਮਸਕਾਰ ਜੀ ਆਇਆਂ ਨੂੰ। ਅੱਜ 29ਵੀਂ ਵਾਰੀ 16 ਮਈ ਨੂੰ with a very nice background of early summer in Denmark. Leaves are coming. Very fresh ਮਾਹੌਲ। ਕੱਲ ਨਹੀਂ ਸੀ ਅਸੀਂ 15 ਤਰੀਕ ਨੂੰ ਗੱਲ ਕੀਤੀ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ ਇੱਕ ਮੈਂ PhD ਐਗਜ਼ਾਮ 'ਚ ਇਨਵੋਲਵ ਸਾਂ। ਉਹ ਵੀ ਆਪਣੇ ਆਪ 'ਚ ਇੱਕ ਇੰਟਰਸਟਿੰਗ ਤਜਰਬਾ ਸੀ ਕਿਉਂਕਿ ਪਹਿਲੀ ਵਾਰੀ ਕਰੋਨਾ ਦੇ ਪ੍ਰੋਬਲਮ ਕਰਕੇ ਟਰੈਵਲਸ ਬੰਦ ਸਨ। ਸੋ ਅਸੀਂ ਵੱਖ-ਵੱਖ ਦੇਸ਼ਾਂ 'ਚ ਬੈਠੇ ਹੋਏ ਸਾਂ। ਮੈਂ ਡੈਨਮਾਰਕ 'ਚ ਸਾਂ, ਇੱਕ ਐਗਜ਼ਾਮੀਨਰ, ਇੱਕ ਦੂਜਾ ਐਗਜ਼ਾਮੀਨਰ ਸਟਾਕਹੋਮ ਸਵੀਡਨ 'ਚ ਸੀ, ਤੀਜਾ ਐਗਜ਼ਾਮੀਨਰ ਹੈਲਸਿੰਕੀ ਦੇ ਕੋਲ ਫਿਨਲੈਂਡ ਦੇ ਵਿੱਚ ਸੀ। ਸੁਪਰਵਾਈਜ਼ਰਸ ਅਤੇ ਲੋਕਲ ਕਮੇਟੀ ਦੇ ਬੰਦੇ ਜਿਹੜੇ ਨੇ ਉਹ ਗੋਥਨਬਰਗ ਦੇ ਲੈਕਚਰ ਥੀਏਟਰ 'ਚ ਸਨ, ਜਿੱਥੇ ਉਹ ਸਟੂਡੈਂਟ ਦੇ ਥੋੜ੍ਹੇ ਫੈਮਿਲੀ ਮੈਂਬਰਸ ਵੀ ਸਨ। ਸੋ ਇੰਜ ਵੱਖ-ਵੱਖ ਦੇਸ਼ਾਂ ਤੋਂ ਉਹ ਆਲਮੋਸਟ 4 ਘੰਟੇ ਦਾ ਪ੍ਰੋਸੀਜਰ ਸੀ ਸਾਰਾ PhD ਦੇ ਐਗਜ਼ਾਮ ਦਾ, ਪਰ ਬੜਾ ਨਵਾਂ ਤਜਰਬਾ ਸੀ। ਅੱਗੇ ਗੱਲ ਵਧਾਉਣ ਤੋਂ ਪਹਿਲੇ ਕਿ ਜਿੱਥੇ ਮੈਂ ਕਰ ਰਹੇ ਸਾਂ ਕਿ ਅਸੀਂ E=GMC² 'ਚ ਆਪਣਾ ਮਿਲਿਊ, ਆਪਣਾ ਇਨਵਾਇਰਨਮੈਂਟ, ਆਪਣਾ ਆਸਾ ਪਾਸਾ ਇੰਪਰੂਵ ਕਰ ਰਹੇ ਹਾਂ ਅਤੇ ਉਹਦੇ ਵਿੱਚ ਕਈ ਤਰੀਕੇ ਦੇ ਬਈ ਉਹ ਫੂਡ, ਫਿਜ਼ੀਕਲ ਐਕਟੀਵਿਟੀ, ਸੋਸ਼ਲ ਇੰਗੇਜਮੈਂਟਸ। ਅੱਜ ਵੈਸੇ ਸੋਸ਼ਲ ਇੰਗੇਜਮੈਂਟ ਵੱਲ ਜਾਣ ਦੀ ਗੱਲ ਕਰਾਂਗੇ, ਪਰ ਥੋੜ੍ਹੀ ਜਿਹੀ ਕੁਝ ਪੁਰਾਣੀਆਂ ਗੱਲਾਂ ਦੀ ਕਲੈਰੀਫਿਕੇਸ਼ਨ ਦੀ ਲੋੜ ਪੈ ਗਈ। ਉਹਦਾ ਇੱਕ ਕਾਰਨ ਇਹ ਕਿ ਜਿਵੇਂ ਇੱਕ ਕਿਸੇ ਮਿੱਤਰ ਨੇ ਲਿਖਿਆ ਕਿ ਮੈਂ ਇੱਕ ਆਪਣੇ ਲੈਕਚਰ 'ਚ ਜਦੋਂ ਹੌਰਮੀਸਿਸ ਇੰਟਰੋਡਿਊਸ ਕੀਤੀ ਸੀ ਉਦੋਂ ਹੋਮਿਓਪੈਥੀ ਨੂੰ ਨਕਾਰ ਦਿੱਤਾ ਸੀ ਵੀ ਉਹ ਸਾਇੰਟੀਫਿਕ ਫਰੇਮਵਰਕ ਦੇ ਅੰਡਰ ਨਹੀਂ ਆਉਂਦੀ ਹੈ, ਜਦ ਕਿ ਲੱਖਾਂ ਲੋਕ ਉਹਨੂੰ ਵਰਤਦੇ ਨੇ ਹਿੰਦੁਸਤਾਨ 'ਚ ਵੀ ਅਤੇ ਜਰਮਨੀ 'ਚ ਵੀ ਅਤੇ ਬਾਕੀ ਥਾਵਾਂ 'ਤੇ ਵੀ, ਅਤੇ ਪਿਛਲੇ 150 ਸਾਲ ਤੋਂ ਵਰਤ ਰਹੇ ਨੇ। ਉਹ ਮੇਰਾ ਸਿਰਫ ਉਹਦੇ ਨਾਲ ਆਬਜੈਕਸ਼ਨ ਕਹਿਣ ਦਾ ਮਤਲਬ ਇਹੀ ਸੀ ਕਿ ਉਹਨੂੰ ਹੋਮਿਓਪੈਥੀ ਲੋਕਾਂ 'ਤੇ ਜਿਨ੍ਹਾਂ 'ਤੇ ਕੰਮ ਕਰਦੀ ਹੈ, ਜਿਨ੍ਹਾਂ ਦਾ ਐਕਸਪੀਰੀਅੰਸ ਹੈ, ਸਾਨੂੰ ਨਹੀਂ ਪਤਾ। ਵਿਗਿਆਨ ਦੀ ਭਾਸ਼ਾ 'ਚ ਸਾਨੂੰ ਨਹੀਂ ਪਤਾ ਕਿ ਉਹ ਕਿਵੇਂ ਕੰਮ ਕਰਦੀ ਹੈ। ਹਾਂਜੀ, ਵਿਗਿਆਨ ਦੀ ਭਾਸ਼ਾ ਦੇ ਹਿਸਾਬ ਸਿਰ ਜਦੋਂ ਵੀ ਵਿਗਿਆਨ ਨੇ ਉਹਨੂੰ ਟੈਸਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਸਾਡੇ ਰੂਲਸ ਦੇ ਹਿਸਾਬ ਸਿਰ ਪਾਸ ਨਹੀਂ ਹੋਈ ਟੈਸਟ। ਹੁਣ ਇਹੀ ਹੈ ਕਿ ਵੀ ਵਿਗਿਆਨ ਦੇ ਜੇ ਕਿਸੇ ਚੀਜ਼ ਨੂੰ ਅਸੀਂ ਸਾਇੰਟੀਫਿਕ ਕਹਿਣਾ ਨਾ, ਸਾਇੰਸ ਕਹਿਣਾ, ਅਤੇ ਫਿਰ ਸਾਇੰਸ ਦੇ ਜਿਹੜੇ ਸਾਡੇ ਐਗਰੀਡ ਰੂਲ ਨੇ ਉਹਦੇ ਵਿੱਚੋਂ ਹੀ ਉਹਨੂੰ ਪਾਸ ਹੋਣਾ ਪਏਗਾ। ਹਾਂਜੀ, ਉਹਨੂੰ ਤੁਸੀਂ ਇੰਝ ਹੀ ਹੈ ਕਿ ਜੇ ਹੁਣ ਕ੍ਰਿਕਟ ਦੀ ਗੇਮ ਚੱਲ ਰਹੀ ਹੋਵੇ ਅਤੇ ਕ੍ਰਿਕਟ ਦੇ ਅਤੇ ਤੁਸੀਂ ਆਪਣਾ ਬੈਡਮਿੰਟਨ ਦੀ ਗੇਮ ਉੱਥੇ ਲਿਆਉਣਾ ਚਾਹੋ ਅਤੇ ਉਹਨੂੰ ਕਹੋ ਕਿ ਕ੍ਰਿਕਟ ਵਾਲੇ ਸਾਨੂੰ ਪਰ ਕਹੋ ਕ੍ਰਿਕਟ, ਅਤੇ ਉਹ ਗੱਲ ਬਣਦੀ ਨਹੀਂ ਕਿਉਂਕਿ ਜਿਹੜੀ ਗੇਮ ਸਾਇੰਸ ਦੀ ਹੈ ਉਹ ਸਾਇੰਸ ਦੇ ਰੂਲ ਨੇ। ਸਾਇੰਸ ਦੇ ਰੂਲਾਂ ਵਿੱਚ ਹਾਂ ਅਸੀਂ ਉਹਨੂੰ ਸਾਇੰਸ ਨਹੀਂ ਕਹਿ ਸਕਦੇ। ਹਾਂਜੀ, ਹਾਂ ਜੇ ਤੁਸੀਂ ਆਪਣੇ ਸਬੂਤ ਪਿਆਰਾ ਕਰੋ, 150 ਸਾਲ ਹੋ ਗਿਆ ਵੈ, ਤੁਹਾਨੂੰ ਪੂਰਾ ਹੱਕ ਹੈ ਉਹਦੇ ਉੱਤੇ ਰਿਸਰਚਾਂ ਕਰਨ ਦਾ, ਜਾਂ ਕੋਈ ਨਵੀਂ ਕਿਸਮ ਦੀ ਸਾਇੰਸ ਜੇ ਬਣੇਗੀ ਜਿਹਦੇ ਵਿੱਚ ਉਹਦੀ ਆਵੇ। ਸੋ ਇਸ ਲਈ ਮੇਰਾ ਮਤਲਬ ਸੀ ਅੱਜ ਕੱਲ੍ਹ ਦੀ ਜਿਹੜੀ ਡੋਮੀਨੈਂਟ ਸਾਇੰਸ ਹੈ, ਜਿਹੜੀ ਪ੍ਰਚਲਿਤ ਸਾਇੰਸ ਹੈ, ਜਿਹਦੇ ਸਿਰ ਦੇ ਉੱਤੇ ਅਤੇ ਜਿਸ ਵਿਸ਼ੇ ਦੇ ਵਿੱਚ ਮੈਂ ਵੀ ਪੜ੍ਹਾਈ ਕੀਤੀ ਹੈ ਅਤੇ ਮੈਂ ਪ੍ਰੋਫੈਸ਼ਨਲ ਹਾਂ, ਇਹਨੂੰ ਅਸੀਂ ਐਵੇਂ ਦਵਾਈਆਂ ਦੀਆਂ ਕੰਪਨੀਆਂ ਦੀ ਇਹ ਕਹਿ ਕੇ ਕੌਨਸਪੀਰੇਸੀ ਹੈ ਉਹ ਨਹੀਂ ਆਉਣ ਦਿੰਦੇ, ਇੰਜ ਨਹੀਂ ਗੱਲ ਬਣਦੀ। ਅਤੇ ਕਿ ਵੀ ਦਵਾਈਆਂ ਵਾਲੇ ਨਹੀਂ ਸਾਨੂੰ ਆਉਣ ਦਿੰਦੇ, ਉਹਦੇ ਲਈ ਫਿਰ ਅਸੀਂ ਸਿਰਫ ਕਹਿੰਦੇ ਤੁਸੀਂ ਆਪਣਾ ਸੌਦਾ ਆਪੇ ਵੇਚੋ, ਇੰਡੀਪੈਂਡੈਂਟ ਰਵੋ ਆਪਣੇ ਆਪ 'ਤੇ, ਜੇ ਤੁਹਾਨੂੰ ਉਹ ਉਹਦੇ 'ਤੇ ਭਰੋਸਾ ਹੈ ਅਤੇ ਐਂਡ ਇਟ ਵਰਕਸ ਫਾਈਨ। ਸੋ ਬਾਕੀ ਫਿਰ ਥੋੜ੍ਹੀ ਜਿਹੀ ਗੱਲ ਵਧਾਉਣ ਦੀ ਲੋੜ ਸੀ ਐਕਸਰਸਾਈਜ਼ ਵਗੈਰਾ ਬਾਰੇ, ਕਿ ਐਕਸਰਸਾਈਜ਼ ਦੀਆਂ ਸਟਰੈਸ ਆਫ ਚੋਇਸ ਦੇ ਵਿੱਚ ਤੇ ਗੱਲ ਕੀਤੀ ਕਿ ਚੁਣੋ ਤੁਸੀਂ ਆਪਣੀ ਫਿਜ਼ੀਕਲ ਐਕਟੀਵਿਟੀ ਜਿਹੜੀ ਤੁਹਾਨੂੰ ਪਸੰਦ ਦੀ ਹੈ। ਉਹਦੇ ਵਿੱਚ ਫਿਰ ਸਵਾਲ ਆਉਂਦੇ ਨੇ ਜੀ ਕਿਹੜੀ ਅਤੇ ਕਿਹਦੇ ਵਿੱਚ ਕਿੰਨਾ ਕੁ ਫਾਇਦਾ ਹੁੰਦਾ ਹੈ। ਉਹਦੇ ਬਾਰੇ ਬਹੁਤ ਰਿਸਰਚ ਚੱਲ ਰਹੀ ਹੈ ਕਿ ਵੇਖੋ ਜਿਵੇਂ ਮੈਂ ਆਪਣੀ ਗੱਲ ਕੀਤੀ ਕਿ ਮੈਨੂੰ ਬ੍ਰਿਸਕ ਵਾਕਿੰਗ, ਤੇਜ਼ ਚੱਲਣਾ ਪਸੰਦ ਹੈ ਅਤੇ ਮੈਂ ਘੰਟਾ ਕੁ ਜਦੋਂ ਮੈਂ ਕਰਦਾ ਅਤੇ ਉਹਦੇ ਮੈਨੂੰ ਸਾਫ਼ ਫਾਇਦੇ ਆਪਣੇ ਸ਼ੂਗਰ ਲੈਵਲ ਨੂੰ ਮਿਣ ਕੇ ਆਉਂਦੇ ਨੇ ਜਾਂ ਜਨਰਲ ਆਪਣਾ ਮੂਡ ਦੇਖ ਕੇ ਆਉਂਦੇ ਨੇ। ਪਰ ਰਿਸਰਚਾਂ ਇਹ ਵੀ ਸ਼ੋਅ ਕਰਦੀਆਂ ਕਿ ਭੱਜਣ ਅਤੇ ਤੇਜ਼ ਚੱਲਣ ਦੇ ਵਿੱਚ ਐਂਡ ਰਿਜ਼ਲਟ ਦੇ ਫਾਇਦੇ ਇਕੁਅਲ ਹੋ ਸਕਦੇ ਨੇ। ਹਾਂਜੀ, ਜਿਹੜੀ ਕੰਮ ਮੈਨੂੰ 1 ਘੰਟਾ ਤੇਜ਼ ਚੱਲਣ ਨਾਲ ਮਿਲਦੇ ਨੇ, ਜੇ ਮੈਂ ਭੱਜਣ ਦੇ ਵਿੱਚ ਮੈਨੂੰ ਪ੍ਰਸੰਨਤਾ ਮਿਲਦੀ ਹੋਵੇ ਅਤੇ ਉਹ ਸ਼ਾਇਦ 10 ਜਾਂ 15 ਮਿੰਟ ਦੇ ਵਿੱਚ ਅਚੀਵ ਹੋ ਸਕਦੇ ਨੇ। ਹਾਂਜੀ, ਉਸ ਤੋਂ ਬਾਅਦ ਫਿਰ ਉਹਦੀ ਐਕਸਟਰਾ ਜਾਂ ਤਾਂ ਉਹ ਸਵੀਅਰ ਬਣਨੀ ਸ਼ੁਰੂ ਹੁੰਦੀ ਹੈ ਅਤੇ ਜਾਂ ਉਹਦੇ ਫਾਇਦੇ ਘੱਟਦੇ ਨੇ। ਸੋ ਇਹ ਵੱਖ-ਵੱਖ ਚੀਜ਼ਾਂ ਦੇ ਬਾਰੇ ਵੀ ਬੜੀ ਇਨਫੋਰਮੇਸ਼ਨ ਅਵੇਲੇਬਲ ਹੈ। ਇੰਝ ਜਿਵੇਂ ਭੋਜਨਾਂ ਦੇ ਬਾਰੇ ਵੀ ਕਿਹੜੇ ਭੋਜਨ ਦੇ ਕੰਬੀਨੇਸ਼ਨ ਅਤੇ ਟੇਸਟ ਚੱਲਦੇ ਨੇ। ਐਕਸਰਸਾਈਜ਼ ਦੇ ਵਿੱਚ ਇੱਕ ਹੋਰ ਜਿਹੜੀ ਇੰਪੋਰਟੈਂਟ ਗੱਲ ਚੱਲ ਰਹੀ ਹੈ, ਜਿਹੜੀ ਏਜਿੰਗ ਦੇ ਮਾਮਲੇ ਵਿੱਚ ਬੜੀ ਜ਼ਰੂਰੀ ਹੈ, ਕਿ ਮਸਲ ਦੀ ਸਟਰੈਂਥ
ਹਾਂਜੀ, ਕਿ ਆਪਣੇ ਮਸਲਸ ਜਿਹੜੇ ਨੇ ਉਹਨਾਂ ਦੀ ਤਾਕਤ ਵੀ ਕਾਇਮ ਰਵੇ, ਕਿਉਂਕਿ ਜਿਹੜੇ ਤੁਰਨਾ ਭੱਜਣਾ ਹੈ ਉਹ ਜ਼ਿਆਦਾ ਐਰੋਬਿਕ ਐਕਸਰਸਾਈਜ਼ ਹੈ, ਉਹ ਸਾਹ ਦੀ ਕਾਰਡੀਓਵੈਸਕੂਲਰ ਨੂੰ ਤਾਂ ਇੰਪਰੂਵ ਕਰਦੀ ਹੈ, ਸਟੈਮਿਨਾ ਤੇ ਇੰਪਰੂਵ ਕਰਦੀ ਹੈ, ਪਰ ਉਹ ਜਿਹੜੀ ਸ਼ਕਤੀ ਹੈ ਜਿਹੜੀ ਕਿ ਬੁਢੇਪੇ ਦੇ ਵਿੱਚ ਘਟੀ ਤੁਰੀ ਜਾਂਦੀ ਹੈ ਕਿਉਂਕਿ ਮਸਲਸ ਘਟ ਰਹੇ ਹੁੰਦੇ ਨੇ, ਉਹਦੇ ਲਈ ਵੀ ਕੁਝ ਐਕਸਰਸਾਈਜ਼ਸ ਕਰਨ ਦੀ ਲੋੜ ਹੁੰਦੀ ਹੈ। ਜਿਵੇਂ ਉਹ ਮੈਂ ਆਲੂਆਂ ਵਾਲੀ ਐਗਜ਼ਾਮਪਲ ਲੈ ਕੇ ਵੇਟ ਲਿਫਟਿੰਗ ਦੀ ਕੀਤੀ ਨਾ, ਤੇ ਉਹ ਪਰ ਉਹਦੀਆਂ ਬੜੇ ਤਰੀਕੇ ਨੇ, ਉਹ ਈਵਨ ਕੁਰਸੀ ਤੇ ਬੈਠੇ ਕਿੰਨੀ ਵਾਰੀ ਉੱਠ ਸਕਦੇ ਹੋ, ਪੌੜੀਆਂ ਕਿੰਨੀ ਵਾਰੀ ਚੜ੍ਹ ਸਕਦੇ ਹੋ, ਉਹਦੇ ਨਾਲ ਮਸਲ ਦੀ ਸਟਰੈਂਥ ਨੂੰ ਮੇਨਟੇਨ ਰੱਖਣਾ ਜਾਂ ਵਧਾਉਣਾ ਬੜਾ ਜ਼ਰੂਰ। ਉਹਦੇ ਨਾਲ ਇਹ ਨਹੀਂ ਕਿ ਮਸਲ ਬਿਲਡਿੰਗ ਕਰਨੀ ਹੈ, ਬੋਡੀ ਬਿਲਡਿੰਗ, ਪਰ ਮਸਲ ਕਿਉਂਕਿ ਜਾ ਰਿਹਾ ਹੁੰਦਾ ਤੇ ਉਹਦੇ ਨਾਲ ਹੱਡੀਆਂ ਨੂੰ ਵੀ ਅਸਰ ਪੈਂਦਾ, ਤੇ ਉਹ ਫਿਰ ਜਿਹੜਾ ਸਾਡਾ ਅਗਲਾ ਸਟੈਪ ਅੱਜ ਦਾ ਕਿ ਸੋਸ਼ਲ ਐਂਡ ਮੈਂਟਲ ਇੰਗੇਜਮੈਂਟ ਦਾ, ਉਹਦੇ ਵਿੱਚ ਇਹ ਮਸਲਸ ਦੀ ਹਿੰਮਤ ਰੱਖਣੀ ਬੜੀ ਜ਼ਰੂਰੀ ਹੈ, ਕਿਉਂਕਿ ਸਾਰੀਆਂ ਚੀਜ਼ਾਂ ਦੇ ਲਈ ਤੁਹਾਡੀ ਬੋਡੀ ਦੀ ਐਕਟੀਵਿਟੀ ਤਾਂ ਚਾਹੀਦੀ ਹੈ ਨਾ। ਸੋ ਉਹ ਬੋਡੀ ਦੀ ਐਕਟੀਵਿਟੀ ਨੂੰ ਕਿਵੇਂ ਅਸੀਂ ਕਰਦੇ ਹਾਂ, ਸੋ ਐਕਸਰਸਾਈਜ਼, ਫੂਡ, ਹਰਮੈਟਿਕ ਪ੍ਰਿੰਸੀਪਲਸ ਦੇ ਨਾਲ। ਅੱਜ ਹੁਣ ਜਿਹੜੇ ਵਿਸ਼ੇ ਵਿੱਚ ਮੈਂ ਸ਼ਾਮਲ ਹੋਣਾ ਚਾਹੁੰਦਾ ਉਹ ਹੈ ਬੜਾ ਕੰਪਲੈਕਸ, ਮੇਰੇ ਲਈ ਵੀ ਕੰਪਲੈਕਸ ਹੈ, ਕਿਉਂਕਿ ਉਹਦੇ ਵਿੱਚ ਜ਼ਿਆਦਾਤਰ ਜਿਹੜੀ ਸੋਸ਼ੀਓਲੋਜੀ ਤੇ ਸਾਈਕੋਲੋਜੀ, ਸਾਡੀ ਮਾਨਸਿਕਤਾ ਤੇ ਸਾਡੀ ਸਮਾਜਿਕ ਜ਼ਿੰਦਗੀ ਦਾ ਵੀ ਬੜਾ ਰੋਲ ਪੈਂਦਾ। ਬਾਇਓਲੋਜੀ ਉਹਦੀ ਐਕਸਪਲੇਨੇਸ਼ਨ ਤੇ ਦੇ ਦਿੰਦੀ ਹੈ ਕਿ ਵੀ ਕਿਉਂ ਇਹ ਚੀਜ਼ਾਂ ਫਾਇਦੇਮੰਦ ਨੇ, ਪਰ ਉਹਨਾਂ ਨੂੰ ਕਰਨ ਲਈ ਸਾਨੂੰ ਆਪਣੇ ਬਾਰੇ ਜਾਣਨਾ ਪੈਂਦਾ। ਜਿਵੇਂ ਸੋਸ਼ਲ ਤੇ ਮੈਂਟਲ ਇੰਗੇਜਮੈਂਟ ਦੀ ਮੈਂ ਗੱਲ ਕੀਤੀ ਹੈ, ਇੰਗੇਜਮੈਂਟ ਦਾ ਵਰਡ ਦਾ ਵੀ ਜਿਹੜਾ ਵਾ ਨਾ, ਇੰਗੇਜਮੈਂਟ ਇੱਕ ਤਰ੍ਹਾਂ ਦਾ ਗਿਵ ਐਂਡ ਟੇਕ ਰਿਲੇਸ਼ਨਸ਼ਿਪ ਹੈ, ਇਹ ਸਿਰਫ ਕੋਈ ਆਰਡਰ ਕੀਤੀ ਹੋਈ ਗੱਲ ਨਹੀਂ ਹੋ ਸਕਦੀ। ਇਹਦੇ ਵਿੱਚ ਵੀ ਬੇਸਿਕ ਪ੍ਰਿੰਸੀਪਲ ਤੇ ਚੋਇਸ ਦਾ ਕਿ ਤੁਸੀਂ ਸੋਸ਼ਲੀ ਐਕਟਿਵ ਹੋਣਾ ਚਾਹੁੰਦੇ ਹੋ ਕਿ ਨਹੀਂ। ਹਾਂਜੀ, ਬੜੇ ਸੁਭਾਅ ਹੁੰਦੇ ਨੇ ਜਿਹੜੇ ਬੜੇ ਆਪਣੇ ਇਕਾਂਤ ਨੂੰ ਪਸੰਦ ਕਰਦੇ ਨੇ ਬੜੇ ਲੋਕੀ, ਹਾਂਜੀ ਹਾਂ, ਤੇ ਪਰ ਬੜੇ ਜ਼ਿਆਦਾ ਨੇ ਜਿਨ੍ਹਾਂ ਨੂੰ ਇਕਾਂਤ ਜਾਂ ਲੋਨਲੀਨੈਸ ਉਹਨਾਂ ਤੇ ਥੋਪਿਆ ਹੋਇਆ ਜਿਹੜਾ ਇਕੱਲਾਪਣ ਹੈ, ਇਕੱਲਾ ਪਾਣੀ ਆਇਆ ਹੈ, ਉਹ ਜਿਹੜੀ ਹੈ ਉਹ ਬੜੀ ਹਾਰਮਫੁਲ ਹੁੰਦੀ ਹੈ। ਪਰ ਬੜਿਆਂ ਨੂੰ ਜਿਹੜੀ ਹੈ ਆਪੇ ਚੁਣੀ ਹੋਈ ਜਿਹੜਾ ਇਕਾਂਤ ਹੈ ਉਹਦਾ ਬੜਾ ਫਾਇਦਾ ਹੁੰਦਾ। ਮੈਂ ਆਪਣੇ ਆਪ ਨੂੰ ਬੜਾ ਅਨਸੋਸ਼ਲ ਹੀ ਗਿਣਦਾ, ਆਪਣੀ ਟੋਟਲ ਫਰੀਡਮ ਦੀ ਲਾਈਫ ਦੇ ਵਿੱਚ। ਮੈਂ ਕਹਿੰਦਾ ਕਿ ਨਹੀਂ, ਮੈਂ ਬੜਾ ਅਨਸੋਸ਼ਲ ਕਿਸਮ ਦਾ ਬੰਦਾ, ਕਿ ਜੇ ਮੈਨੂੰ ਮੇਰੀਆਂ ਕਿਤਾਬਾਂ ਤੇ ਮੇਰੇ ਮਿਊਜ਼ਿਕ ਦੇ ਕੋਲ ਛੱਡਿਆ ਹੋਵੇ ਤੇ ਹੋਰ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਹੋ ਰਹੀਆਂ ਹੋਣ ਤੇ ਮੈਨੂੰ ਕੋਈ 10,000 ਸਾਲ ਵੀ ਨਾ ਕਿਧਰੇ ਕੋਈ ਸੱਦੇ ਤੇ ਮੈਂ ਸ਼ਾਇਦ ਜਾਵਾਂ ਨਾ। ਹਾਂ, ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਆਦਮ ਬੋਹ ਆ। ਮੈਨੂੰ ਜੇ ਮੈਂ ਜਾਂਦਾ, ਜੇ ਮੈਨੂੰ ਦੋਸਤ ਮਿੱਤਰ ਰਿਸ਼ਤੇਦਾਰ ਸੱਦਦੇ ਨੇ ਤੇ ਉਸ ਕੰਪਨੀ ਦੇ ਵਿੱਚ ਫਿਰ ਮੈਂ ਫੁੱਲੀ ਇਨਵੋਲਵਡ ਹੁੰਦਾ। ਪਰ ਮੇਰਾ ਬੇਸਿਕ ਜਿਹੜਾ ਸੁਭਾਅ ਹੈ ਉਹ ਜਿਹੜਾ ਵੈ ਸੈਲਫ ਸਫੀਸ਼ੀਐਂਟ ਦਾ। ਇਹਨਾਂ ਨੂੰ ਕਈ ਤਰੀਕੇ ਨਾਲ ਕਈ ਵਾਰ ਲੋਕੀ ਕਹਿੰਦੇ ਨੇ ਐਕਸਟਰੋਵਰਟ ਤੇ ਇੰਟਰੋਵਰਟ, ਹਾਂਜੀ, ਕਿ ਜਿਹੜੇ ਐਕਸਟਰੋਵਰਟ ਹੁੰਦੇ ਨੇ ਜਿਨ੍ਹਾਂ ਨੂੰ ਸੁਸਾਇਟੀ ਦੇ ਵਿੱਚ ਮਿਲਣ ਜੁਲਣ ਦਾ ਬਹੁਤ ਜ਼ਿਆਦਾ ਉਹਨਾਂ ਕੋਲ ਤਾਕਤ ਵੀ ਹੁੰਦੀ ਹੈ ਤੇ ਸ਼ੌਂਕ ਵੀ ਹੁੰਦਾ ਹੈ, ਉਹਨਾਂ ਦੇ ਇਹੀ ਦੇਖਿਆ ਗਿਆ ਕਿ ਬਈ ਹਾਂ, ਉਹਨਾਂ ਨੂੰ ਸੁਸਾਇਟੀ ਦੇ ਵਿੱਚ ਐਕਟਿਵ ਹੋ ਕੇ ਬੜੀ ਐਨਰਜੀ ਮਿਲਦੀ ਹੈ, ਹਾਂਜੀ, ਉਹਦੇ ਤੋਂ ਹੋਰ ਇਨਕਰੇਜ ਹੁੰਦੇ ਨੇ ਕੁਝ। ਪਰ ਜਿਹੜੇ ਦੂਜੇ ਕਿਸਮ ਦੇ ਲੋਕੀ ਹੁੰਦੇ ਨੇ ਜਿਨ੍ਹਾਂ 'ਚ ਮੈਂ ਕਈ ਵਾਰ ਆਪਣੇ ਆਪ ਨੂੰ ਦੇਖਦਾ ਕਿ ਬਈ ਮੈਨੂੰ ਸੁਸਾਇਟੀ ਵਿੱਚ ਜਾ ਕੇ ਇੰਟਰੈਕਟ ਮੈਂ ਕਰਾਂਗਾ, ਪੂਰਾ ਸੋਸ਼ਲ ਹੋਵਾਂਗਾ, ਪਰ ਉਹਦੇ ਨਾਲ ਇੱਕ ਬਾਸ ਤੋਂ ਜਾ ਕੇ ਫਿਰ ਐਗਜ਼ੌਸਸ਼ਨ ਹੋ ਜਾਂਦੀ ਹੈ। ਉੱਥੋਂ ਮੇਰੀ ਐਨਰਜੀ ਦਾ ਮੈਂ ਲਾਈ ਜ਼ਿਆਦਾ ਹੁੰਦੀ ਹੈ ਤੇ ਮਿਲਦੀ ਘੱਟ ਹੈ, ਹਾਂਜੀ। ਪਰ ਉਹ ਬੈਲੈਂਸ ਇੰਡੀਵਿਜੂਅਲ ਲੈਵਲ ਦੇ ਉੱਤੇ ਸਾਨੂੰ ਆਪਣਾ ਪਛਾਣਨਾ ਆਪ ਪੈਣਾ। ਸੋ ਮਤਲਬ ਉਹੀ ਆ ਜਾਂਦਾ ਕਿ ਸਭ ਤੋਂ ਪਹਿਲੇ ਇਹ ਜਿਹੜੀ ਸੋਸ਼ਲ ਤੇ ਮੈਂਟਲ ਇੰਗੇਜਮੈਂਟ ਦੀ ਗੱਲ ਹੈ ਨਾ, ਉਹ ਪਹਿਲਾ ਸਵਾਲ ਤਾਂ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਜਾਣਨਾ ਕਿ ਮੈਂ ਕੀ ਹਾਂ ਤੇ ਮੈਨੂੰ ਕਿਸ ਤਰ੍ਹਾਂ ਦੀ ਸੋਸ਼ਲ ਤੇ ਦਿਮਾਗੀ ਲੈਵਲ ਦੀ ਜ਼ਿੰਦਗੀ ਦੀ ਜ਼ਰੂਰਤ ਹੈ। ਸਾਇੰਸ ਨੇ ਇਹ ਜ਼ਰੂਰ ਦੱਸਿਆ ਕਿ ਬਜ਼ੁਰਗਾਂ ਦੇ ਵਿੱਚ ਖਾਸ ਕਰਕੇ ਜਦੋਂ ਸਟੱਡੀ ਕੀਤੀ ਹੈ ਕਿ ਜਿਹੜੇ ਬਜ਼ੁਰਗ ਰਿਟਾਇਰਮੈਂਟ ਤੋਂ ਬਾਅਦ, ਕਿਉਂਕਿ ਜਦ ਤੱਕ ਤੇ ਹਾਲੀ ਕੋਈ ਨਾ ਕੋਈ ਪ੍ਰੋਫੈਸ਼ਨ 'ਚ ਬੰਦਾ ਰੁੱਝਿਆ ਰਹਿੰਦਾ ਨਾ, ਤੇ ਉਹ ਤੇ ਇੱਕ ਡੇਲੀ ਰਿਦਮ ਬਣੀ ਹੁੰਦੀ ਹੈ ਤੇ ਉਹ ਇੱਕ ਤਰੀਕੇ ਦੀ ਸੋਸ਼ਲ ਲਾਈਫ ਵੀ ਹੁੰਦੀ ਹੈ। ਭਾਵੇਂ ਤੁਸੀਂ ਇਹ ਨਹੀਂ ਕਿ ਤੁਸੀਂ ਆਪਣੇ ਕੰਮ ਤੇ ਜਾ ਕੇ ਸਿਰਫ ਦੋਸਤਾਂ ਮਿੱਤਰਾਂ ਨਾਲ ਗੱਪਾਂ ਹੀ ਮਾਰਦੇ ਪਏ ਹੋ, ਉਹ ਪਰ ਇੱਕ ਕੌਨਟੈਕਸਟ 'ਚ ਹੋਣਾ। ਜਦੋਂ ਮੈਂ ਯੂਨੀਵਰਸਿਟੀ ਜਾਂਦਾ ਤੇ ਇਹ ਨਹੀਂ ਕਿ ਵੀ ਮੈਂ ਉੱਥੇ ਬਹੁਤ ਲੋਕਾਂ ਨਾਲ ਗੱਲਾਂ ਬਾਤਾਂ ਕਰਦਾ, ਕਈ ਵਾਰ ਕਈ ਦਿਨ ਕਿਸੇ ਨਾਲ ਨਹੀਂ ਗੱਲ ਕਰੇ ਦੀ, ਪਰ ਇੱਕ ਮਾਹੌਲ ਇਹੋ ਜਿਹਾ ਬਣਿਆ ਹੁੰਦਾ ਕਿ ਤੁਹਾਨੂੰ ਲੱਗਦਾ ਕਿ ਤੁਸੀਂ ਨਾ ਇੱਕ ਪੂਰੇ ਸਿਸਟਮ ਦਾ ਹਿੱਸਾ ਹੋ। ਜਦੋਂ ਫਿਰ ਅਸੀਂ ਰਿਟਾਇਰ ਹੋ ਜਾਂਦੇ ਹਾਂ, ਹਿੰਦੁਸਤਾਨ 'ਚ ਤੇ ਹਾਲੀ ਵੀ ਰਿਟਾਇਰਮੈਂਟ ਏਜ ਬੜੀ ਘੱਟ ਹੀ ਹੈ, 60 ਸਾਲ ਹੀ ਹੈ, ਪਤਾ ਨਹੀਂ ਕਈ ਕੁਝ ਪੇਸ਼ਿਆਂ 'ਚ ਵੱਧ ਘੱਟ। ਉਸ ਤੋਂ ਬਾਅਦ ਬੜੀ ਦਿੱਕਤ ਆਉਂਦੀ ਹੈ। ਉਦੋਂ ਫਿਰ ਇਹ ਦੇਖਿਆ ਗਿਆ ਕਿ ਜਿਹੜੇ ਮਨੁੱਖ ਆਪਣੇ ਪੋਸਟ ਰਿਟਾਇਰਮੈਂਟ ਏਜ ਵਿੱਚ ਵੀ ਆਪਣੇ ਆਪ ਨੂੰ ਕਿਸੇ ਨਾ ਕਿਸੇ ਸੋਸ਼ਲ ਕੰਮ 'ਚ, ਕਿਸੇ ਸਮਾਜਿਕ ਕੰਮ 'ਚ, ਜਿੱਥੇ ਸ਼ਾਇਦ ਉਹਨਾਂ ਨੂੰ ਪੈਸਾ ਨਹੀਂ ਮਿਲਦਾ ਹੋਵੇ,
ਪਰ ਉਹਨਾਂ ਨੂੰ ਮੌਕਾ ਮਿਲਦਾ ਦੂਜੇ ਮਨੁੱਖਾਂ ਨਾਲ ਰਲ ਮਿਲ ਦਾ, ਉਹਨਾਂ ਦੇ ਲਈ ਕੁਝ ਕਰਨ ਦਾ, ਬੰਦਾ ਛੋਟੇ ਬੱਚਿਆਂ ਨੂੰ ਕੁਝ ਪੜ੍ਹਾਉਣ ਦਾ, ਜਿਵੇਂ ਦੀਆਂ ਵੀ ਐਕਟੀਵਿਟੀਜ਼ ਨੇ ਉਹ ਸੈਂਕੜੇ ਹੀ ਤਰੀਕੇ। ਉਹਨਾਂ ਦੀ ਉਮਰ ਜਿਹੜੀ ਹੈ ਤੇ ਉਹਨਾਂ ਦਾ ਬੁਢੇਪਾ ਪਹਿਲੇ ਤੇ ਸਿਹਤਮੰਦ ਜ਼ਿਆਦਾ ਹੈ, ਜਿਹੜੇ ਸੋਸ਼ਲੀ ਤੇ ਮੈਂਟਲੀ ਐਕਟਿਵ ਲੋਕ ਨੇ, ਬਨਿਸਬਤ ਕੇ ਜਿਹੜੇ ਆਪਣੇ ਆਪ ਨੂੰ ਸੁਸਾਇਟੀ ਤੋਂ ਪੂਰਾ ਵਿਡਰੋ ਕਰ ਲੈਂਦੇ ਨੇ, ਆਪਣੇ ਆਪ ਨੂੰ ਖਿੱਚ ਲੈਂਦੇ ਨੇ। ਉਹ ਖਿੱਚਣ ਦਾ ਡਿਪਰੈਸ਼ਨ ਹੋ ਸਕਦਾ ਹੈ, ਜੇ ਤੇ ਕੋਈ ਸਰੀਰਕ ਬਿਮਾਰੀ ਹੈ ਉਹਦੇ ਦੂਜੇ ਕਾਰਨ ਆ ਸਕਦੇ ਨੇ। ਪਰ ਆਪਣੇ ਆਪ ਨੂੰ ਸੋਸ਼ਲੀ ਇਨਵੋਲਵ ਰੱਖਣਾ, ਜਿਹਦੇ ਵਿੱਚ ਤੁਹਾਨੂੰ ਫਿਜ਼ੀਕਲੀ ਵੀ ਤੇ ਮੈਂਟਲੀ ਵੀ ਕੁਝ ਨਾ ਕੁਝ ਪਾਰਟਿਸਪੇਸ਼ਨ, ਕੁਝ ਨਾ ਕੁਝ ਗਤੀਵਿਧੀ ਕਰਨੀ ਪੈਂਦੀ ਰਵੇ, ਉਹਦੇ ਜਿਹੜੇ ਨੇ ਉਮਰ ਦੀ ਲੰਬਾਈ ਨਾਲ ਬੜਾ, ਉਹਦੇ ਬਾਰੇ ਬੜੀਆਂ ਰਿਸਰਚਾਂ ਹੋਈਆਂ ਪਾਪੂਲੇਸ਼ਨ ਲੈਵਲ ਤੇ ਉਹਦੇ ਨਾਲ ਸਿਹਤਮੰਦ ਬੁਢੇਪੇ ਦੇ ਉੱਤੇ ਵੀ ਹੈ। ਹੁਣ ਇੱਥੇ ਥੋੜ੍ਹੀ ਜਿਹੀਆਂ ਦਿੱਕਤਾਂ ਇਹ ਆਉਂਦੀਆਂ ਨੇ ਕਿ ਕਈ ਵਾਰੀ ਬਾਹਰ ਜਾਣ ਦੇ ਲਈ ਹਾਂਜੀ ਤੁਹਾਨੂੰ ਕਈ ਚੀਜ਼ਾਂ ਦੀ ਸੁਵਿਧਾ ਚਾਹੀਦੀ ਹੁੰਦੀ। ਬੜੇ ਬਜ਼ੁਰਗ ਜਿਹੜੇ ਨੇ ਘਰਾਂ ਦੇ ਵਿੱਚੋਂ ਬਾਹਰ ਇਸ ਲਈ ਨਹੀਂ ਜਾਂਦੇ, ਖਾਸ ਕਰਕੇ ਪੱਛਮ ਦੇਸ਼ਾਂ ਦੇ ਵਿੱਚ ਵੀ ਆਉਂਦਾ, ਹਿੰਦੁਸਤਾਨ ਦਾ ਕਿਉਂਕਿ ਲਾਈਫ ਸਟਾਈਲ ਥੋੜ੍ਹਾ ਦੂਜਾ ਹੈ, ਫੈਮਲੀਆਂ ਵੀ ਹੈਗੀਆਂ ਇੱਥੇ, ਜਿਹੜੇ ਇਕੱਲੇ ਰਹਿੰਦੇ ਨੇ ਉਹਨਾਂ ਦੀ ਐਗਜ਼ਾਮਪਲਾਂ ਜ਼ਿਆਦਾ ਨੇ, ਕਿਉਂਕਿ ਉਹਦੇ ਲਈ ਫਿਰ ਕਈ ਵਾਰ ਸੁਸਾਇਟੀ ਤਿਆਰ ਨਹੀਂ ਹੈ, ਸਿਸਟਮ ਨਹੀਂ ਤਿਆਰ। ਬਜ਼ੁਰਗਾਂ ਨੂੰ ਜੇ ਕਹੋ ਨਾ ਕਿ ਤੂੰ ਵੀ ਘਰੋਂ ਬਾਹਰ ਜਾਇਆ ਕਰੋ, ਹਾਂਜੀ ਉਹ ਕਹਿੰਦੇ ਨੇ ਸਾਨੂੰ ਇੱਥੇ ਪਹਿਲੇ ਤਾਂ 3 ਚੀਜ਼ਾਂ ਚਾਹੀਦੀਆਂ ਕਿ ਮੈਂ ਤੁਰਨ ਜੋਗਾ ਹੈਗਾ, ਹਾਂਜੀ ਉਹਦੇ ਲਈ ਉਹੀ ਮਸਲ ਸਟਰੈਂਥ, ਪਰ ਜੇ ਮੈਂ ਤੁਰਨ ਜੋਗਾ ਹੈਗਾ ਵੀ ਹਾਂ ਤੇ ਜੇ ਮੈਂ ਕਿਧਰੇ ਤੁਰ ਕੇ ਜਾਣਾ ਹੈ, ਜੇ ਤੇ ਮੈਨੂੰ ਟਰਾਂਸਪੋਰਟ ਅਵੇਲੇਬਲ ਹੈ ਕਿ ਨਹੀਂ ਹੈ, ਸਰਕਾਰੀ ਟਰਾਂਸਪੋਰਟ ਜਾਂ ਆਪਣੀ। ਪਰ ਜਿਹੜੇ ਬੰਦਿਆਂ ਨੂੰ ਅਸੀਂ ਤੁਰਨ ਨੂੰ ਕਹਿੰਦੇ ਆ, ਉਹ ਕਹਿੰਦੇ ਨਹੀਂ ਮੈਨੂੰ ਜ਼ਰੂਰੀ ਹੈ ਕਿ ਹਰ 500 ਮੀਟਰ ਤੋਂ ਬਾਅਦ ਕੋਈ ਬਹਿਣ ਦੇ ਲਈ ਜਗ੍ਹਾ ਹੋਣੀ ਚਾਹੀਦੀ ਹੈ, ਜਿੱਥੇ ਮੈਂ ਬਹਿ ਸਕਾਂ, ਸਾਹ ਲੈ ਸਕਾਂ। ਇਹ ਗੱਲ ਸੋਸ਼ਲ ਸਾਇੰਸਦਾਨਾਂ ਦੀ ਸਟੱਡੀ ਕੀਤੀ ਹੋਈ, ਆਰਕੀਟੈਕਟਾਂ ਨੂੰ ਵੀ ਸੋਸਾਇਟੀ ਨੂੰ ਸਮਝ ਆਈ, ਜਿਵੇਂ ਡੈਨਮਾਰਕ 'ਚ ਉਹਨਾਂ ਨੇ ਫਿਰ ਹਰ ਥਾਂ 'ਤੇ ਬੈਂਚ ਬਣਾਉਣੇ ਸ਼ੁਰੂ ਕੀਤੇ। ਪਰ ਹੁਣ ਉੱਥੇ ਹੋਇਆ ਕੀ, ਬੈਂਚ ਬਣਾਏ, ਸਾਇੰਸਦਾਨਾਂ ਨੂੰ ਇਨਵੋਲਵ ਕੀਤੇ, ਉਹ ਬਗੈਰ ਬੈਂਚ ਤੇ ਬੜੇ ਸੋਹਣੇ ਬਣਾਏ, ਪਰ ਉਹਨੂੰ ਬਜ਼ੁਰਗ ਫੇਰ ਵੀ ਨਹੀਂ ਸੀ ਵਰਤਦੇ, ਕਿਉਂਕਿ ਉਹਨਾਂ ਇਹੀ ਦੇਖਿਆ ਕਿ ਉਹ ਬੈਂਚ ਦੀ ਜਿੰਨੀ ਹਾਈਟ ਬਣਾਈ ਸੀ, ਉਹ ਜਦੋਂ ਉੱਥੇ ਜੇ ਬਹਿ ਤੇ ਜਾਂਦੇ ਸੀ ਮੁੜ ਕੇ ਉੱਠਿਆ ਨਹੀਂ ਸੀ ਜਾਂਦਾ, ਕਿਉਂਕਿ ਬੈਂਚ ਬਣਾਉਣ ਵਾਲੇ ਨੇ ਡਿਜ਼ਾਈਨ ਕਿਸੇ ਦੂਜੇ ਤਰੀਕੇ ਨਾਲ ਬਣਾਇਆ। ਉਹ ਡਿਜ਼ਾਈਨਰ, ਆਰਕੀਟੈਕਟ ਤੇ ਸਾਇੰਸਦਾਨਾਂ ਦੀ ਆਪਸ 'ਚ ਮੇਲ ਸੁਮੇਲ ਨਹੀਂ ਸੀ। ਪਹਿਲੀ ਗੱਲ ਤੇ ਇਹ ਕਿ ਬਜ਼ੁਰਗਾਂ ਨੂੰ ਬਾਹਰ ਜਾਣ ਲੱਗਿਆ ਸਾਡੇ ਕੋਲ ਸਮਾਜ ਦੇ ਵਿੱਚ ਥਾਂ ਸੇਫ ਰੈਸਟ ਕਰਨ ਦੀ, ਬੈਠਣ ਦੀ ਜਗ੍ਹਾ ਚਾਹੀਦੀ ਹੈ। 500 ਮੀਟਰ ਤੋਂ ਬਾਅਦ ਥੋੜ੍ਹਾ ਜਿਹਾ ਜੇ ਮਿਲ ਜਾਵੇ ਸਾਹ। ਫਿਰ ਦੂਜੀ ਜਿਹੜੀ ਬੜੀ ਵੱਡੀ ਡਿਮਾਂਡ ਹੈ ਬਜ਼ੁਰਗਾਂ ਦੀ, ਖਾਸ ਕਰਕੇ ਕਿ ਆਪਣੀ ਜੇ ਅਸੀਂ ਬਾਹਰ ਜਾਣਾ ਵੀ ਚਾਹੁੰਦੇ ਹਾਂ ਕਿਧਰੇ, ਤਾਂ ਸਾਨੂੰ ਫਿਰ ਦੂਜੀ ਲੋੜ ਪੈਂਦੀ ਹੈ ਟੋਇਲਟ ਦੀ, ਹਾਂਜੀ, ਕਿ ਵੀ ਉਹ ਵੀ ਅਵੇਲੇਬਲ ਹੋਣੇ ਚਾਹੀਦੇ ਹੈ, ਜਿੱਥੇ ਸੇਫ ਤਰੀਕੇ ਨਾਲ ਉਹ ਟੋਇਲਟ। ਕਈ ਵਾਰ ਉਹ ਬੜਾ ਥੋੜ੍ਹਾ, ਕਿਉਂਕਿ ਬੋਡੀ ਦਾ ਸਾਰਾ ਰੈਗੂਲੇਸ਼ਨ ਖਰਾਬ ਹੋ ਰਿਹਾ ਅਤੇ ਉਹਦੇ ਉੱਤੇ ਤੁਹਾਨੂੰ ਪ੍ਰੈਸ਼ਰ ਪੈਂਦਾ ਲੱਗ ਰਿਹਾ ਹੁੰਦਾ ਹੈ, ਕਈ ਵਾਰ ਸ਼ਾਇਦ ਲੋੜ ਨਾ ਹੋਵੇ ਪਰ ਤੁਸੀਂ ਉਹਦਾ ਰਿਸਕ ਨਹੀਂ ਲੈ ਸਕਦੇ। ਟੋਇਲਟ ਹੋਣੇ ਤੇ ਬੈਂਚ ਹੋਣੇ, ਇਹ ਕਿਸੇ ਵੀ ਸੱਭਿਅ ਸਮਾਜ ਦੇ ਵਿੱਚ ਬੜੇ ਜ਼ਰੂਰੀ ਹੋ ਗਏ ਹੋਏ ਨੇ ਕਿ ਵੀ ਜਿਹੜੇ ਬਜ਼ੁਰਗਾਂ ਨੂੰ ਜੇ ਅਸੀਂ ਚਾਹੁੰਦੇ ਹਾਂ ਕਿ ਉਹ ਆਪਣੀ ਸਿਹਤਮੰਦ ਰੱਖਣ ਤੇ ਉਹ ਇਸ ਤੋਂ ਧਿਆਨ ਰੱਖਣ। ਇਹ ਮੇਰੇ ਲਈ ਵੀ ਬੜਾ ਇੰਪੋਰਟੈਂਟ ਹੁੰਦਾ, ਜਦੋਂ ਮੈਂ ਵੀ ਐਕਸਰਸਾਈਜ਼ ਤੇ ਜਾਂਦਾ ਜਾਂ ਤੁਰਦਾ ਜਾਂਦਾ, ਉਹ ਮੈਟਫੋਰਮਿਨ ਦੇ ਰਿਐਕਸ਼ਨ ਜਾਂ ਦੂਜੇ ਕੰਮਾਂ ਦਾ। ਸੋ ਇਹ ਜਿਹੜੀ ਹੈ ਨਾ ਸੈਲਫ ਨੌਲੇਜ ਪਹਿਲੇ ਤੇ, ਕਿ ਤੁਹਾਡੀ ਸਰੀਰਕ ਲੋੜਾਂ ਕੀ ਨੇ ਤੇ ਫਿਰ ਤੁਹਾਡੀਆਂ ਦਿਮਾਗੀ ਲੋੜਾਂ ਕੀ ਨੇ। ਕਿਸੇ ਨਾ ਕਿਸੇ ਕੰਮ 'ਚ ਇਨਵੋਲਵ ਹੋਣਾ ਉਹ ਲੋੜੀਂਦਾ ਤੇ ਬਹੁਤ ਹੈ, ਪਰ ਉਹ ਹੁੰਦਾ ਮੁਸ਼ਕਲ ਹੈ। ਹੁੰਦਾ ਮੁਸ਼ਕਲ ਇਹੀ ਹੈ ਕਿ ਜੇ ਮੈਂ ਹੁਣ ਸਾਰੀ ਉਮਰ ਜੇ ਮੈਂ ਪ੍ਰੋਫੈਸਰ ਰਿਹਾ ਅਤੇ ਮੈਨੂੰ ਆਦਤ ਹੈ ਸਭ ਨੂੰ ਐਡਵਾਈਸ ਦੇਣੀ, ਲੈਕਚਰ ਦੇਣੀ, ਅਤੇ ਮੈਂ ਕਿਸੇ ਐਸੀ ਥਾਂ 'ਤੇ ਜਾਂਦਾ ਜਿੱਥੇ ਹੋਰ ਤਰ੍ਹਾਂ ਦਾ ਵਲੰਟੀਅਰ ਵਰਕ ਕਰਨਾ ਹੈ, ਲੋਕਾਂ ਨੇ ਰਲ ਕੇ ਚੀਜ਼ਾਂ ਵੀ ਬਣਾਉਣੀਆਂ। ਅਸੀਂ ਜਦੋਂ ਬਜ਼ੁਰਗੀ ਦੇ ਵਿੱਚ ਜਾਂਦੇ ਤੇ ਹਾਂ ਨਵੀਆਂ ਥਾਵਾਂ 'ਤੇ, ਪਰ ਆਪਣੀ ਉਹੀ ਪੁਰਾਣਾ ਕਰੀਅਰ ਨੂੰ ਵੀ ਨਾਲ ਲੈ ਕੇ ਜਾਂਦੇ ਹਾਂ। ਜਿਹੜਾ ਮੈਨੇਜਰ ਸੀ ਉਹ ਉੱਥੇ ਵੀ ਜਾ ਕੇ ਮੈਨੇਜ ਕਰਨਾ ਚਾਹੁੰਦਾ, ਜਿਹੜਾ IAS ਆਫਿਸਰ ਹੈ ਉਹਨੂੰ ਆਦਤ ਪਈ ਹੈ ਕਿ ਉੱਥੇ ਦਬਦਬਾ ਰੱਖੇ, ਨਹੀਂ, ਉਹਦੇ ਨਾਲ ਬੜੀ ਦਿੱਕਤ ਹੁੰਦੀ। ਉਹ ਬੜੇ ਮੈਂ ਰਿਸਰਚ ਦੇ ਵਿੱਚ ਸ਼ਾਮਲ ਹੋਇਆ ਇੱਥੇ ਕਿ ਤੁਹਾਨੂੰ ਉੱਥੇ ਇੱਕ ਇੰਡੀਵਿਜੂਅਲ ਇਨਸਾਨ ਹੋ ਕੇ ਬਣਨਾ ਪੈਂਦਾ ਕਿ ਤੁਸੀਂ ਉਹਦੇ ਵਿੱਚ ਕੀ ਲੈ ਰਹੇ ਹੋ ਅਤੇ ਕੀ ਦੇ ਰਹੇ ਹੋ। ਸੋ ਸੋਸ਼ਲ ਅਤੇ ਮੈਂਟਲ ਇੰਗੇਜਮੈਂਟ ਦੇ ਲਈ ਬੇਸਿਕਲੀ ਸਾਡਾ ਇਹ ਸਾਰਾ ਕੌਨਸੈਪਟ ਜਿਹੜਾ ਹੈ ਸਾਡੇ ਆਪਣੇ ਵਿਵਹਾਰ ਦੇ ਉੱਤੇ ਆਉਂਦਾ ਕਿ ਮੇਰਾ ਬਿਹੇਵੀਅਰ ਆਪਣੇ ਪ੍ਰਤੀ ਕੀ ਹੈ ਅਤੇ ਦੂਜਿਆਂ ਪ੍ਰਤੀ ਕੀ ਹੈ। ਮੈਂ ਆਪਣੇ ਆਪ ਨੂੰ ਜਿਹੋ ਜਿਹਾ ਵੀ ਮੈਂ ਹਾਂ, ਜਿਹੋ ਜਿਹੀ ਮੇਰੀ ਆਦਤਾਂ ਨੇ, ਉਹਨੂੰ ਕਿੰਨਾ ਕੁ ਮੈਂ ਸਵੀਕਾਰ ਕਰਦਾ ਵਾਂ ਅਤੇ ਮੈਂ ਉਹਦੇ ਬਾਰੇ ਕਿੰਨਾ ਕੁ ਢੀਠ ਹਾਂ ਕਿ ਉਹਦੇ 'ਚ ਕੋਈ ਤਬਦੀਲੀ ਦੀ ਪੋਸੀਬਿਲਿਟੀ ਨਹੀਂ, ਅਤੇ ਜੋ ਮੈਂ ਸੋਚਿਆ ਸਿਰਫ ਉਹੀ ਤਰੀਕਾ ਹੈ ਅਤੇ ਮੈਂ ਕਿਸੇ ਨਾਲ ਕੋਈ ਕੰਪਰੋਮਾਈਜ਼ ਕਰਨ ਨੂੰ ਤਿਆਰ ਨਹੀਂ ਹਾਂ। ਅਤੇ ਮੈਂ ਉਹ ਚੀਜ਼ਾਂ ਨੂੰ ਸਮਝਣਾ ਮੇਰੇ ਲਈ ਬੜਾ ਜ਼ਰੂਰੀ ਹੈ ਕਿ ਜੇ ਮੈਂ ਗਿਆ
ਕਿਸੇ ਇੰਟਰੈਕਸ਼ਨ ਲਈ, ਕਿਸੇ 'ਚ ਲੋਕਾਂ ਦੇ ਗਰੁੱਪ 'ਚ ਬੈਣ ਲਈ, ਤੇ ਮੇਰੇ ਕੋਲ ਇਹ ਫਿਰ ਇੰਨੀ ਸਮਝ ਹੋਣੀ ਚਾਹੀਦੀ ਹੈ ਕਿ ਬਾਕੀ ਵੀ ਉਨੇ ਹੀ ਇੰਡੀਵਿਜੂਅਲ ਨੇ। ਸੋ ਪਰਸਨਲ ਬਿਹੇਵੀਅਰ ਦੀਆਂ ਜਿਹੜੇ ਗੱਲਾਂ ਨੇ ਨਾ, ਉਹ ਅਸਲ 'ਚ ਗੱਲਾਂ ਐਥਿਕਸ ਦੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਕਿ ਕਿਵੇਂ ਤੁਸੀਂ ਜਿਉਂਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ, ਕਿਹੜੀਆਂ ਚੀਜ਼ਾਂ ਤੁਹਾਡੇ ਲਈ ਇੰਪੋਰਟੈਂਟ ਨੇ। ਹਾਂਜੀ, ਤੇ ਜਿਵੇਂ ਐਥਿਕਸ ਦੀ ਅੱਜ ਥੋੜ੍ਹੀ ਜਿਹੀ ਗੱਲ ਚਲੋ ਟੱਚ ਕਰ ਲੈਂਦੇ ਆ ਕਿ ਐਥਿਕਸ ਦੀ ਗੱਲਾਂ ਦੇ ਵਿੱਚ ਆਮ ਤੌਰ 'ਤੇ ਕਹਿ ਦਿੱਤਾ ਜਾਂਦਾ ਨਾ, ਬੜੇ ਜਿਹੜੇ ਐਥਿਕਸ ਦੇ ਗੁਣ ਨੇ ਕਿ ਵੀ ਬੰਦੇ ਨੂੰ ਨਮਰ ਹੋਣਾ ਚਾਹੀਦਾ ਤੇ ਬੰਦੇ ਨੂੰ ਟੋਲਰੈਂਟ ਹੋਣਾ ਚਾਹੀਦਾ, ਤੇ ਜੀ ਤੇ ਜਿਹੜੇ ਕੁਝ ਈਵਲਸ ਨੇ ਉਹ ਨਹੀਂ ਹੋਣੇ ਚਾਹੀਦੇ ਸੁਸਾਇਟੀ ਨੇ। ਜਿਵੇਂ ਹਿੰਦੁਸਤਾਨ ਦੇ ਕਲਚਰ 'ਚ ਕਹਿ ਦਿੱਤਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨੂੰ ਛੱਡ ਦਿਓ। ਇਹ ਨੌਨ ਹਰਮੈਟਿਕ ਤਰੀਕਾ। ਕਿਵੇਂ ਛੱਡ ਦਿਓ, ਕਿਉਂ ਛੱਡੋ? ਇਹ ਤੇ ਜੂਨ ਦੇ ਬੇਸਿਕ ਪ੍ਰਿੰਸੀਪਲਸ ਨੇ। ਕਾਮ ਜਿਹੜਾ ਇਹ ਹਰਮੈਟਿਕ ਫਿਰ ਚਾਹੁੰਦਾ ਡੋਜ਼ ਰਿਸਪੌਂਸ ਦੇ ਵਿੱਚ, ਉਹ ਲਿਖਣ ਵਾਲਿਆਂ ਨੇ ਉਹਨੂੰ ਕਦੇ ਉਸ ਹਰਮੈਟਿਕ ਤਰੀਕੇ ਨਾਲ ਨਹੀਂ ਪ੍ਰੈਜ਼ੈਂਟ ਕੀਤਾ। ਉਹ ਇਹ ਕਹਤਾ ਜਿਵੇਂ ਆਲ ਔਰ ਨਨ ਫਿਨੋਮੀਨਨ ਹੈ, ਇਹ ਸਾਰਾ ਕੁਝ ਮਾੜਾ ਹੈ। ਜੇ ਮੈਨੂੰ ਗੁੱਸਾ ਨਹੀਂ ਆਉਂਦਾ ਆਪਣੇ ਆਲੇ ਦੁਆਲੇ ਨਾਲ ਹੁੰਦੀਆਂ ਵਧੀਕੀਆਂ ਦੇਖ ਕੇ, ਜਿਹਦੇ ਬਾਰੇ ਪਤਾ ਨਹੀਂ ਮੈਂ ਕੀ ਕਰ ਸਕਦਾ ਕਿ ਨਹੀਂ ਕਰ ਸਕਦਾ, ਤੇ ਜੇ ਮੈਨੂੰ ਨਹੀਂ ਗੁੱਸਾ ਆਉਂਦਾ, ਦੇयर ਇਜ਼ ਸਮਥਿੰਗ ਰੋਂਗ ਵਿਦ ਮੀ। ਕ੍ਰੋਧ ਬੜੀ ਜ਼ਰੂਰੀ ਇੱਕ ਮਨੁੱਖੀ ਐਕਟੀਵਿਟੀ ਹੈ। ਕਾਮ ਜਿਹੜਾ ਵੈ ਉਹ ਸਿਰਫ ਸੈਕਸ ਨਹੀਂ ਹੁੰਦਾ। ਕਾਮ ਹੁੰਦਾ ਮਨੁੱਖ ਨੂੰ ਮਨੁੱਖ ਦੇ ਨੇੜੇ ਲਿਆਣਾ, ਆਪਸੀ ਇੰਟੀਮੇਸੀ ਦਾ। ਜਿਹਦੇ ਕੋਲ ਕਾਮ ਦੀ ਭਾਵਨਾ ਨਹੀਂ ਹੈਗੀ ਉਹ ਵੀ ਅਧੂਰਾ ਮਨੁੱਖ ਹੈ। ਲੋਭ, ਕਿਉਂ ਨਾ ਮੈਨੂੰ ਲੋਭ ਹੋਵੇ ਚੰਗਾ ਮਿਊਜ਼ਿਕ ਸੁਣਨ ਦਾ, ਕਿਉਂ ਨਾ ਮੈਨੂੰ ਲੋਭ ਹੋਵੇ ਚੰਗਾ ਗਿਆਨ ਪ੍ਰਾਪਤ ਕਰਨ ਦਾ, ਕਿਉਂ ਮੈਂ ਲੋਭ ਤੋਂ ਜ਼ੀਰੋ ਹੋਵਾਂ। ਹਾਂਜੀ, ਉਹੀ ਹਾਲ ਮੋਹ ਜਿਹੜਾ ਵੈ ਉਹ ਤੁਹਾਡੀ ਰਿਸਪੌਂਸਿਬਿਲਿਟੀਜ਼ ਨੂੰ ਕ੍ਰੀਏਟ ਕਰਦਾ, ਤੁਹਾਨੂੰ ਕਿਸੇ ਨਾਲ ਜੁੜਨ ਦਾ। ਹਾਂ, ਉਹ ਫਿਰ ਡੋਜ਼ ਰਿਸਪੌਂਸ ਹੈ ਕਿ ਕਿੱਥੇ ਮੋਹ ਦੇ ਵਿੱਚ ਤੁਸੀਂ ਕੀ ਕੀ ਗਲਤ ਕਰਦੇ ਹੋ ਕਿ ਨਹੀਂ ਕਰਦੇ, ਲੋਭ ਦੇ ਵਿੱਚ ਕੀ ਕੀ ਗਲਤ ਕਰਦੇ ਹੋ ਕਿ ਨਹੀਂ ਕਰਦੇ। ਪਰ ਇਹ ਕਹਿੰਦਾ ਹੰਕਾਰ ਬੜੀ ਮਾੜੀ ਗੱਲ ਹੁੰਦੀ ਹੈ। ਹਾਂ, ਬਹੁਤ ਮਾੜੀ ਗੱਲ ਹੁੰਦੀ ਹੈ ਜਦੋਂ ਦੂਜਿਆਂ ਨੂੰ ਨੁਕਸਾਨ ਦਿੰਦੀ ਹੈ। ਪਰ ਜੇ ਹੰਕਾਰ ਜਿਹੜਾ ਹੈ ਸੋਹੰਗ ਬਣਦਾ, ਅਹੰਗ ਤੋਂ ਸੋਹੰਗ, ਇਹ ਮੈਂ 3-4 ਵਾਰ ਗੱਲਾਂ ਸੋਹੰਗ ਦੀਆਂ ਕੀਤੀਆਂ ਕਿ ਜੇ ਮੈਨੂੰ ਕੋਈ ਚੀਜ਼ ਮੈਂ ਚੰਗੀ ਕਰ ਰਿਹਾ ਤੇ ਮੈਨੂੰ ਕਰਕੇ ਚੰਗਾ ਲੱਗਦਾ, ਉਹ ਮੇਰਾ ਹੱਕ ਹੈ। ਮੇਰਾ ਉਹ ਹੱਕ ਉਦੋਂ ਬੁਰਾ ਬਣਦਾ ਕਿ ਜੇ ਜਿਵੇਂ ਹੁਣ ਮੈਂ ਜੇ ਇਹੋ ਜਿਹੇ ਚੰਗੇ ਬੜੇ ਵਧੀਆ ਲੈਕਚਰ ਦੇਣ ਡਿਆ ਤੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਲੈਕਚਰ ਦੇ ਸਕਦਾ, ਤੇ ਮੈਨੂੰ ਸ਼ੀਸ਼ੇ ਜਾ ਕੇ ਆਪਣੇ ਆਪ ਨੂੰ ਮੈਂ ਸ਼ਾਬਾਸ਼ ਵੀ ਦੇਣਾ ਕਿ ਵਾਹ। ਗੜਬੜ ਉਦੋਂ ਹੋਏਗੀ ਕਿ ਜੇ ਦੂਜਾ ਮਨੁੱਖ ਜਿਹੜਾ ਇੰਜ ਦੀਆਂ ਗੱਲਾਂ ਨਹੀਂ ਕਰ ਸਕਦਾ, ਡਰਾਮੇਬਾਜ਼ੀ, ਤੇ ਉਹਨੂੰ ਮੈਂ ਬੁਰਾ ਮੰਨਾਂ। ਉਹ ਹੈ ਜਾਂ ਹੰਕਾਰ ਦੀ, ਉਹ ਜਿਵੇਂ ਆ ਜਾਂਦਾ ਨਾ, ਜੇ ਮੈਂ ਟਰੰਪ ਵਾਲੀ ਭਾਸ਼ਾ ਬਣਾਵੇ, ਉਹ ਮੇਰੇ ਤੋਂ ਤਾਂ ਨਮਰ ਬੰਦਾ ਹੀ ਕੋਈ ਨਹੀਂ। ਮੈਂ ਜਿੰਨਾ ਨੰਬਰ ਪਾਇਆ ਵਾਂ ਕਿ ਡਾਕਟਰ ਕੀ ਹਿਸਟਰੀ ਹੈਰਾਨ ਹੋ ਗਈ ਹੈ। ਉਹਨਾਂ ਨੇ ਮੋਲੀਕਿਊਲ ਲੱਭੇ ਮੇਰੇ ਵਿੱਚ ਨਮਰਤਾ ਦੇ, ਉਹ ਤੇ ਲੈਵਲ ਹੀ ਨਹੀਂ ਅੱਜ ਤੱਕ ਕਿਸੇ ਨੇ ਦੇਖੇ। ਮੇਰੇ ਤੋਂ ਤੇ ਨੰਬਰ ਹੀ ਕੋਈ ਨਹੀਂ ਹੈਗਾ। ਫਿਰ ਉਹ ਗੱਲ ਵੱਖਰੀ ਹੈ। ਪਰ ਸੋ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਹਰਮੈਟਿਕ ਡੋਜ਼ਸ ਦੇ ਵਿੱਚ ਨੇ। ਇਹੀ ਸਾਡੀ ਜ਼ਿੰਦਗੀ ਦਾ ਆਧਾਰ ਨੇ। ਹਾਂਜੀ, ਕ੍ਰਿਸਚਨ ਕਲਚਰ ਦੇ ਵਿੱਚ 7 ਸਿਨਸ ਲੈ ਲੈਂਦੇ ਨੇ, ਪਰ ਸਾਡੇ 5 ਜਿਨ੍ਹਾਂ ਨੂੰ ਵਿਕਾਰ ਕਹਿੰਦੇ, ਨਹੀਂ ਜੀ ਨਹੀਂ, ਇਹ ਸਾਡੀ ਬੇਸਿਕ ਸਾਈਕੋਲੋਜੀ ਦਾ ਹਿੱਸਾ ਨੇ। ਇਹਦੇ ਵਿੱਚੋਂ ਜੇ ਅਸੀਂ ਐਵੇਂ ਆਪਣੇ ਆਪ ਨੂੰ ਕੱਟਾਂਗੇ ਨਾ, ਤੇ ਉਹ ਆਪਣੇ ਆਪ ਨੂੰ ਧੋਖਾ ਭਾਵੇਂ ਦਈਏ ਪਰ ਅਸਲੀਅਤ ਨਹੀਂ, ਉਹਨੂੰ ਹਰਮੈਟਿਕਲੀ ਯੂਜ਼ ਕਰਦਾ। ਮੇਰੇ ਵਿੱਚ ਹਾਂ ਹੈ ਕਾਮ, ਮੇਰੇ 'ਚ ਹੈ ਕ੍ਰੋਧ, ਹੈ ਲੋਭ, ਹੈ ਮੋਹ, ਹੈ ਹੰਕਾਰ। ਹਰਮੈਟਿਕ ਡੋਜ਼ ਦੇ ਵਿੱਚ ਮੈਂ ਉਹਨੂੰ ਆਪਣੀ ਜ਼ਿੰਦਗੀ 'ਚ ਪ੍ਰੈਕਟਿਸ ਕਰਨਾ। ਬਾਕੀ ਸੋਸ਼ਲ ਇੰਟਰੈਕਸ਼ਨਸ ਦੀ ਜਿਹੜੀ ਸਾਇੰਸ ਨੇ ਗੱਲਾਂ ਕੀਤੀਆਂ ਨਾ, ਉਹ ਇਹ ਦੱਸਿਆ ਜਿਵੇਂ ਜਦੋਂ ਅਸੀਂ ਕਿਸੇ ਜਿਹਨੂੰ ਕਹਿੰਦਾ ਸੈਲਫਲੈਸ, ਨਿਸ਼ਕਾਮ ਸੇਵਾ ਕਰਦੇ ਹਾਂ, ਡੋਨੇਸ਼ਨ ਦਿੰਦੇ ਹਾਂ, ਉਹਦੇ ਨਾਲ ਬੋਡੀ ਵਿੱਚ ਚੰਗੇ ਮੋਲੀਕਿਊਲ ਪੈਦਾ ਹੁੰਦੇ ਨੇ ਜਿਹੜੇ ਕਿ ਤੁਹਾਨੂੰ ਵਿਚ ਮੇਕਸ ਯੂ ਫੀਲ ਗੁੱਡ। ਫੀਲਿੰਗ ਗੁੱਡ ਇਜ਼ ਵੈਰੀ ਵੈਰੀ ਇੰਪੋਰਟੈਂਟ ਫਾਰ ਹੈਲਦੀ ਲਾਈਫ। ਕੋਈ ਜ਼ਰੂਰੀ ਨਹੀਂ ਹਰ ਸਮੇਂ ਆਪਣੇ ਆਪ ਨੂੰ ਹਾਏ ਕਰਦੇ ਰਹਿਣ ਦੀ। ਫੀਲਿੰਗ ਗੁੱਡ ਇਜ਼ ਸੈਂਟਰਲ। ਫੇਰ ਪਰ ਉਹ ਕਿਹਦੇ ਡੋਜ਼ ਤੇ, ਐਟ ਦ ਕਾਸਟ ਆਫ ਵਾਟ, ਉਹ ਕਿਹਦੇ ਉੱਤੇ, ਉਹ ਅਸੀਂ ਫੀਲਿੰਗ ਗੁੱਡ ਦੇ ਵਿੱਚ ਦੂਜਿਆਂ ਨਾਲ ਕਿਵੇਂ ਬਿਹੇਵ ਕਰਦੇ ਹਾਂ, ਦੂਜਿਆਂ ਦੀ ਆਈਡੈਂਟੀਟੀ ਨੂੰ ਕਿਵੇਂ ਸਵੀਕਾਰ ਕਰਦੇ ਹਾਂ। ਸਿਰਫ ਮੈਂ ਅੱਜ ਦੇ ਜ਼ਮਾਨੇ ਵਿੱਚ ਸਿਰਫ ਮੀ ਹੋਈ ਪਈ ਹੈ। ਹਾਂਜੀ, ਉਹਦਾ ਕਿੰਨਾ ਕੁ ਰੋਲ ਹੈ, ਪਰ ਉਹਨੂੰ ਅਸੀਂ ਦੂਜਿਆਂ ਨੂੰ ਪਛਾਣਦੇ ਹਾਂ ਕਿ ਨਹੀਂ ਪਛਾਣਦੇ। ਸਾਡੇ ਲਈ ਦੂਜੇ ਵੀ ਉਨੇ ਹੀ ਜਿਹਦੇ ਨਾਲ ਅਸੀਂ ਇੰਟਰੈਕਟ ਕਰ ਰਹੇ ਹਾਂ। ਇਸ ਲਈ ਮੈਂ ਕਿਹਾ ਸੋਸ਼ਲ ਐਂਡ ਮੈਂਟਲ ਇੰਗੇਜਮੈਂਟ, ਉਹ ਐਕਸ਼ਨ ਨਹੀਂ ਹੈ। ਇੰਗੇਜਮੈਂਟ ਦਾ ਮਤਲਬ ਹੈ ਕਿਸੇ ਨਾਲ ਤੁਸੀਂ ਇਨਵੋਲਵ ਹੋ ਰਹੇ ਹੋ। ਸੋ ਸਾਇੰਸ ਨੇ ਤਾਂ ਇਹ ਦੱਸਿਆ ਕਿ ਜਦੋਂ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਤੇ ਤੁਹਾਡੀ
ਮਾਨਸਿਕਤਾ ਨੂੰ ਵੀ, ਤੁਹਾਡੇ ਸਰੀਰ ਨੂੰ ਵੀ ਬੜੇ ਉਹ 'ਚੋਂ ਚੰਗੇ ਫਾਇਦੇ ਆਉਂਦੇ ਨੇ। ਹਾਂ, ਉਹ ਇੱਕ ਗੱਲ ਸੱਚ ਮੈਂ ਐਕਸਰਸਾਈਜ਼ ਬਾਰੇ ਭੁੱਲ ਗਿਆ ਕਹਿਣਾ, ਉਹ ਕੁਝ ਮੇਰੇ ਦੋਸਤਾਂ ਨੇ ਕਿਹਾ ਸੀ ਕਿ ਜਿਹੜੇ ਲੋਕਾਂ ਦੇ ਕਈ ਪ੍ਰੋਫੈਸ਼ਨਲ ਸਟਾਈਲ ਨੇ, ਜਿਵੇਂ ਟਰੱਕ ਡਰਾਈਵਰ ਨੇ, ਲੰਬੇ ਲੰਬੇ ਸਮਿਆਂ ਤੇ ਉਹਨਾਂ ਨੂੰ ਕਈ ਦਿਨ ਟਰੱਕਾਂ 'ਚ ਚੱਲਦੇ ਨੇ, ਜਾਂ 10-10 12-12 ਘੰਟੇ ਤੁਸੀਂ ਆਪਣੇ ਖੜੇ ਰਹਿੰਦੇ ਹੋ, ਉਹ 'ਚ ਉਹੀ ਵੇਰੀਏਸ਼ਨ ਕਰਨੀ ਕਿ ਆਪਣੀ ਜਿਹੜੀ ਵੀ ਰਿਦਮ 'ਚ ਖੜੇ ਹੋ ਉਹਦੇ ਵਿੱਚ ਪ੍ਰਿੰਸੀਪਲ ਆਫ ਹਰਮੇਸਿਸ, ਪਹਿਲੀ ਗੱਲ ਪਲੇਜ਼ਰ, ਦੂਜੀ ਗੱਲ ਮੋਡਰੇਸ਼ਨ, ਜੇ ਤੁਸੀਂ ਉਹਨੂੰ ਕਾਬੂ ਕਰ ਸਕੋ, ਫਿਰ ਵੈਰਾਈਟੀ, ਕਿ ਆਪਣੇ ਕੰਮਾਂ ਦੇ ਵਿੱਚ ਉਹਨੂੰ ਚੇਂਜ ਕਰਨਾ। ਉਹੀ ਪ੍ਰਿੰਸੀਪਲ ਸੋਸਾਇਟੀ 'ਤੇ ਵੀ ਲੱਗਣਗੇ ਕਿ ਸੋਸਾਇਟੀ ਦੇ ਵਿੱਚ ਵੀ ਤੁਹਾਨੂੰ ਆਪਣੇ ਕੰਮ ਲੱਭਣੇ ਪੈਣੇ ਆ। ਜਿਵੇਂ ਮੈਂ ਲੱਭਦਾ ਕਿ ਕਿਹੜੇ ਕੰਮਾਂ ਨਾਲ ਮੈਨੂੰ, ਜਿਵੇਂ ਬੱਚਿਆਂ ਨਾਲ ਜਾ ਕੇ ਸਕੂਲਾਂ ਵਿੱਚ ਗੱਲਾਂ ਕਰਨੀਆਂ, ਜਾਂ ਈਵਨ ਬਜ਼ੁਰਗਾਂ ਦੇ ਕੋਲ ਜਾ ਕੇ ਜੇ ਕੋਈ ਮੈਨੂੰ ਸੱਦੇ ਤੇ ਲੈਕਚਰ ਦੇਣੇ, ਬੜੇ ਚੰਗੇ ਲੱਗਦੇ ਆ, ਪ੍ਰਸੰਨਤਾ ਲੱਭਦੀ ਹੈ। ਪਰ ਉਹ ਵੀ ਮੈਂ ਓਨੇ ਕੀ ਕਰਦਾ, ਜੇ ਈਵਨ ਸੋਸ਼ਲਾਈਜੇਸ਼ਨ ਵੀ ਜੇ ਬਹੁਤ ਹੀ ਜ਼ਿਆਦਾ ਹੋ ਜਾਏ, ਉਹ ਵੀ ਠੀਕ ਨਹੀਂ ਰਹਿੰਦੀ, ਬੜੀ ਟੈਨਸ਼ਨ ਕ੍ਰੀਏਟ ਕਰਦੀ ਹੈ। ਪਰ ਦੂਜਿਆਂ ਨੂੰ ਕਿਵੇਂ ਪਛਾਣਨਾ ਕਿ ਦੂਜਾ ਮਨੁੱਖ ਵੀ ਮੇਰੇ ਵਾਂਕਰ ਹੀ ਇੱਕ ਹੋਰ ਮਨੁੱਖ ਹੈ ਜਿਹਦੇ ਨਾਲ ਅਸੀਂ ਇੰਟਰੈਕਟ ਕਰਨਾ, ਇੰਗੇਜਮੈਂਟ। ਉਹ ਸੋਸ਼ਲ ਇੰਗੇਜਮੈਂਟ ਦੇ ਹੋਰ ਕੀ ਤਰੀਕੇ ਹੋ ਸਕਦੇ ਆ, ਉਹਨੂੰ ਕੱਲ ਫੇਰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਇਹਨੂੰ ਗੱਲ ਨੂੰ ਅੱਗੇ ਵੀ ਵਧਾਵਾਂਗੇ। ਪਰ ਬੇਸਿਕ ਪ੍ਰਿੰਸੀਪਲ ਉਹੀ ਸਾਡੇ ਕੋਲ ਹਰਮੈਟਿਕ ਵੇ ਆਫ ਲਾਈਫ ਦੇ ਲਈ ਪਲੇਜ਼ਰ, ਮੋਡਰੇਸ਼ਨ ਐਂਡ ਵੈਰਾਈਟੀ। ਪਿਲਰ 3 ਫੂਡ, ਫਿਜ਼ੀਕਲ ਐਕਟੀਵਿਟੀ ਐਂਡ ਸੋਸ਼ਲ ਐਂਡ ਮੈਂਟਲ ਇੰਗੇਜਮੈਂਟ। ਉਹਦੇ ਵਿੱਚ ਕਿਹੜੀਆਂ ਮੈਂਟਲ ਇੰਗੇਜਮੈਂਟਸ ਮੈਨੂੰ ਪਸੰਦ ਨੇ ਤੇ ਕਿਹੜੀਆਂ ਤੁਹਾਨੂੰ ਲੱਗਦੀਆਂ, ਜਿਹਦੇ ਵਿੱਚ ਤੁਸੀਂ ਆਪਣੀ ਮਰਜ਼ੀ ਨਾਲ ਆਪਣੀ ਹੋਂਦ ਨੂੰ ਪ੍ਰਫੁੱਲਤ ਕਰਦੇ ਹੋਏ ਤੇ ਦੂਜੇ ਦੀ ਹੋਂਦ ਨੂੰ ਸਵੀਕਾਰ ਕਰਦੇ ਹੋਏ ਕਿਵੇਂ ਅਸੀਂ ਜਿਉਂਦੇ ਹਾਂ। ਤੇ ਉਹੀ ਸਾਡੀ ਸਿਹਤ ਦਾ ਰਾਜ਼ ਹੈ ਤੇ ਸਾਡੀ ਲੰਬੀ ਉਮਰ ਦਾ ਵੀ ਰਾਜ਼ ਹੋ ਸਕਦਾ। ਕੱਲ ਫੇਰ ਕਰੀਏ ਜੀ ਗੱਲ ਇਹਦੇ ਬਾਰੇ। ਚਲੋ, आज की मुलाकात बस इतनी।